ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਰੇ ਗੁਰਫਤਿਹ ਪ੍ਰਵਾਨ ਕਰੋ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਆਪ ਕਾਫੀ ਦਿਨਾਂ ਤੋਂ ਨਾਮ ਅਭਿਆਸ ਦੇ ਕੁੰਭ ਦੇ ਵਿੱਚ ਆਪਣੀ ਆਤਮਾ ਦੇ ਦੁਆਰਾ ਇਸ਼ਨਾਨ ਕਰ ਰਹੇ ਹੋ। ਮੇਰੇ ਤੋਂ ਪਹਿਲਾਂ ਭਾਈ ਗੁਰਲਾਲ ਸਿੰਘ ਜੀ, ਉਹਨਾਂ ਬਹੁਤ ਸੁਚੱਜੇ ਢੰਗ ਨਾਲ ਜੋ ਪਰਮਾਤਮਾ ਦੇ ਦੈਵੀ ਗੁਣ ਹਨ, ਜਿਨ੍ਹਾਂ ਨੂੰ ਧਾਰਨ ਕਰਕੇ ਅਸੀਂ ਪਰਮਾਤਮਾ ਨੂੰ ਅਨੁਭਵ ਕਰ ਸਕਦੇ ਹਾਂ, ਉਹਨਾਂ ਉੱਤੇ ਬਹੁਤ ਵਿਸਥਾਰ ਨਾਲ ਆਪ ਜੀ ਨੂੰ ਚਾਨਣਾ ਪਾਇਆ। ਜਿਸ ਵੇਲੇ ਉਹ ਗੁਣ ਅੰਦਰੋਂ ਪ੍ਰਗਟ ਹੋ ਜਾਂਦੇ ਹਨ, ਤਾਂ ਜੋ ਪਰਮਾਤਮਾ ਦਾ ਸਰੂਪ ਅਸੀਂ ਗ੍ਰੰਥਾਂ ਦੇ ਵਿੱਚ ਸੁਣਦੇ ਹਾਂ, ਉਸ ਨੂੰ ਸੁਰਤੀ ਦੇ ਦੁਆਰਾ ਅਨੁਭਵ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਇਸ ਵਾਸਤੇ ਸਰਬੱਤ ਸਾਧ ਸੰਗਤਾਂ ਨੇ ਜੋ ਭਾਈ ਸਾਹਿਬ ਹੁਣਾਂ ਗੁਣਾਂ ਦੀ ਵਰਣਨ ਕੀਤੀ, ਆਪਣੇ ਅੰਦਰੋਂ ਝਾਤ ਮਾਰ ਕੇ ਉਹਨਾਂ ਨੂੰ ਅੰਦਰੋਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੀਦਾ ਹੈ। ਪਰਮਾਤਮਾ ਦੇ ਦੋ ਰੂਪ ਗ੍ਰੰਥਾਂ ਦੇ ਵਿੱਚ ਵਰਣਨ ਹੋਏ ਹਨ, ਇੱਕ ਨਿਰਾਕਾਰ ਰੂਪ, ਇੱਕ ਸਾਕਾਰ ਰੂਪ, ਜਿਹਨੂੰ ਆਪਾਂ ਸਾਕਾਰ ਨੂੰ ਸਰਗੁਣ ਕਹਿ ਦਿੰਦੇ ਹਾਂ, ਨਿਰਾਕਾਰ ਨੂੰ ਨਿਰਗੁਣ ਕਹਿ ਦਿੰਦੇ ਹਾਂ। ਅਕਸਰ ਅਸੀਂ ਸਾਰਿਆਂ ਨੇ ਜੋ ਨਾਮ ਦੀ ਪਰਿਭਾਸ਼ਾ ਸਰਗੁਣ ਸਰੂਪ ਦੇ ਵਿੱਚ ਹੀ ਸਰਵਣ ਕੀਤੀ। ਜਿੰਨੇ ਵੀ ਪਰਮਾਤਮਾ ਦੇ ਨਾਮ ਹਨ, ਜਿਨ੍ਹਾਂ ਨੂੰ ਅਸੀਂ ਜਪ ਸਕਦੇ ਹਾਂ, ਜ਼ੁਬਾਨ ਰਾਹੀਂ ਬੋਲ ਸਕਦੇ ਹਾਂ, ਜਾਂ ਮਨ ਬੁੱਧੀ ਦੇ ਦੁਆਰਾ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ, ਉਹਨਾਂ ਨੂੰ ਸਰਗੁਣ ਨਾਮ ਕਿਹਾ ਗਿਆ। ਉਹ ਪਰਮਾਤਮਾ ਦੇ ਨਾਮ ਜਿਹੜੇ ਉਹਦੇ ਗੁਣਾਂ ਤੋਂ ਪ੍ਰਗਟ ਹੋਏ, ਉਹਨਾਂ ਦੇ ਨਾਮ ਹਨ। ਪਰ ਜਿਹੜਾ ਉਹਦਾ ਨਿਰਾਕਾਰ ਨਾਮ ਹੈ, ਉਸ ਨੂੰ ਗੁਰੂ ਪਾਤਸ਼ਾਹ ਜੀ ਨੇ ਸਤਿਨਾਮ ਕਹਿ ਕਰਕੇ ਗੁਰਬਾਣੀ ਦੇ ਵਿੱਚ ਪ੍ਰਗਟ ਕੀਤਾ ਹੈ। ਸਤਿਨਾਮ ਕੀਰਤਮ ਨਾਮ ਕਥੇ ਤੇਰੇ ਜੇਬਾ, ਸਤਿਨਾਮ ਤੇਰਾ ਪਰਾ ਪੂਰਬਲਾ। ਅੱਜ ਆਪਾਂ ਜਿਹੜਾ ਸਤਿਨਾਮ ਹੈ, ਸੱਚਾ ਨਾਮ ਹੈ, ਸ੍ਰਿਸ਼ਟੀ ਦੇ ਪੈਦਾ ਹੋਣ ਤੋਂ ਵੀ ਜਿਹੜਾ ਪਹਿਲਾਂ ਸੀ, ਸ੍ਰਿਸ਼ਟੀ ਦੇ ਹੁੰਦਿਆਂ ਹੋਇਆਂ ਵੀ ਸੀ, ਸ੍ਰਿਸ਼ਟੀ ਖਤਮ ਹੋ ਜਾਣ ਤੋਂ ਬਾਅਦ 'ਚ ਵੀ ਜਿਹੜਾ ਨਾਮ ਜਿਸ ਦੇ ਵਿੱਚ ਅਸੀਂ ਸਾਰਿਆਂ ਨੇ ਲੀਨ ਹੋਣਾ, ਉਸ ਨਾਮ ਦੀ ਆਪਾਂ ਇਸ ਸਮੇਂ ਵਿੱਚ ਚਰਚਾ ਕਰਾਂਗੇ। ਔਰ ਉਸ ਨੂੰ ਕਿਸ ਤਰ੍ਹਾਂ ਅਨੁਭਵ ਕੀਤਾ ਜਾ ਸਕਦਾ ਹੈ। ਜਿੰਨੇ ਵੀ ਆਪਾਂ ਅੱਖਰਾਂ ਦੇ ਦੁਆਰਾ ਅੱਖਰੀ ਨਾਮ, ਅੱਖਰੀ ਸਲਾਹਾ, ਅੱਖਰੀ ਗਿਆਨ ਗੀਤ ਗੁਣ ਗਾਹਾ, ਅੱਖਰਾਂ ਵਾਲੇ ਜਿੰਨੇ ਵੀ ਨਾਮ ਹਨ, ਜਿਹੜੇ ਆਪਾਂ ਮਾਲਾ ਦੇ ਨਾਲ, ਜ਼ੁਬਾਨ ਦੇ ਨਾਲ ਜਾਪ ਕਰਦੇ ਹਾਂ, ਹੌਲੀ ਹੌਲੀ ਇਹ ਸਾਰੇ ਨਾਮ ਜਪਦਿਆਂ ਜਪਦਿਆਂ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਕ ਪੜਾਅ ਤੋਂ ਬਾਅਦ 'ਚ ਦੂਸਰਾ ਪੜਾਅ ਆ ਜਾਂਦਾ। ਜਿਵੇਂ ਪਹਿਲਾਂ ਜ਼ੁਬਾਨ ਨਾਲ
ਬਾਅਦ ਵਿੱਚ ਉਹੀ ਜਾਪ ਗਲੇ ਵਿੱਚ ਹੋਣ ਲੱਗ ਜਾਂਦਾ ਹੈ। ਫਿਰ ਗਲੇ ਤੋਂ ਉਤਰ ਕੇ ਉਹੀ ਜਾਪ ਹਿਰਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਹਿਰਦੇ ਵਿੱਚ ਜਾ ਕੇ ਉਸ ਜਾਪ ਦੇ ਵਿੱਚ ਥੋੜ੍ਹਾ ਥੋੜ੍ਹਾ ਅੰਤਰਾਲ, ਡਿਸਟੈਂਸ, ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ। ਉੱਥੇ ਜਾ ਕੇ ਇੱਕ ਅਲੱਗ ਟਾਈਪ ਦਾ ਅੰਦਰੋਂ ਨਾਮ ਪ੍ਰਗਟ ਹੁੰਦਾ, ਜਿਸ ਨੂੰ ਪਰਾ ਬਾਣੀ ਕਿਹਾ ਜਾਂਦਾ। ਉਸ ਪਰਾ ਬਾਣੀ ਦੇ ਵਿੱਚ ਕੋਈ ਅੱਖਰ ਨਹੀਂ ਹੁੰਦੇ। ਉਸ ਨੂੰ ਸਿਰਫ ਆਪਾਂ ਇੱਕ ਧੁਨ ਜਾਂ ਲਿਵ ਕਹਿ ਸਕਦੇ ਹਾਂ। ਇਹ ਸਾਰੇ ਜਿੰਨੇ ਵੀ ਨਾਮ ਦਾ ਆਪਣਾ ਸਿਮਰਨ ਦਾ ਜੋ ਅਭਿਆਸ ਦਾ ਮਕਸਦ ਹੈ, ਉੱਥੇ ਜਾ ਕੇ ਪੂਰਾ ਹੋ ਜਾਂਦਾ, ਜਿਸ ਨੂੰ ਅਸੀਂ ਮੰਜ਼ਿਲ ਕਹਿੰਦੇ ਹਾਂ। ਇੱਕ ਇਹ ਰਸਤਾ ਹੈ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਵਰਣਨ ਕੀਤਾ। ਦੂਸਰੇ ਜੋ ਸੂਤਰ ਹਨ, ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਐਸੇ ਵੀ ਸੂਤਰ ਹਨ, ਜਿਵੇਂ ਆਪਾਂ ਪੈਦਲ ਚੱਲਾਂਗੇ ਤਾਂ ਬਹੁਤ ਸਮਾਂ ਲੱਗਦਾ ਹੈ ਕਿਸੇ ਮੰਜ਼ਿਲ 'ਤੇ ਪਹੁੰਚਣ ਵਾਸਤੇ। ਸਾਈਕਲ ਸਕੂਟਰ ਲਵਾਂਗੇ ਉਸ ਤੋਂ ਘੱਟ ਲੱਗਦਾ। ਕਾਰ ਜਾਂ ਕੋਈ ਵੀ ਸਾਧਨ ਚੌਪਹੀਆਂ ਵਾਲੇ ਨਾਲ ਆਪਾਂ ਹੋਰ ਜਲਦੀ ਸਫ਼ਰ ਤੈਅ ਕਰ ਸਕਦੇ ਹਾਂ। ਪਰ ਉਸ ਤੋਂ ਵੀ ਜਲਦੀ ਜੇਕਰ ਆਪਾਂ ਹਵਾਈ ਜਹਾਜ਼ ਵਿੱਚ ਬੈਠ ਜਾਂਦੇ ਹਾਂ ਤਾਂ ਉਸ ਤੋਂ ਵੀ ਜਲਦੀ ਪਹੁੰਚ ਜਾਂਦੇ ਹਾਂ। ਸੋ ਇਹ ਜਿੰਨੇ ਵੀ ਸਟੈਪ ਹਨ ਗੁਰਬਾਣੀ ਦੇ ਵਿੱਚ, ਗੁਰੂ ਪਾਤਸ਼ਾਹ ਜੀ ਨੇ ਸਾਰੇ ਸਟੈਪ ਸੂਤਰ ਵਰਣਨ ਕੀਤੇ। ਹਵਾਈ ਜਹਾਜ਼ ਵਾਲੇ ਵੀ ਸੂਤਰ ਹਨ, ਕਾਰ ਵਾਲੇ ਵੀ ਸੂਤਰ ਹਨ, ਬਾਈਕ ਵਾਲੇ, ਸਾਈਕਲ ਵਾਲੇ ਵੀ ਸੂਤਰ ਹਨ, ਔਰ ਪੈਦਲ ਵਾਲੇ ਵੀ ਸੂਤਰ ਹਨ। ਉਹਨਾਂ ਵਿੱਚੋਂ ਜਿਹੜੇ ਆਖਰੀ ਪੜਾਅ ਦੇ ਉੱਤੇ ਸੂਤਰ ਹਨ, ਜਿਵੇਂ ਹਵਾਈ ਜਹਾਜ਼ ਵਾਲੇ, ਅੱਜ ਮੈਂ ਉਹਨਾਂ ਸੂਤਰਾਂ ਬਾਰੇ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ। ਜਿਵੇਂ ਅਸ਼ਟਾਵਕ, ਉਹਨਾਂ ਨੇ ਰਾਜੇ ਜਨਕ ਨੂੰ ਜਦੋਂ ਗਿਆਨ ਕਰਾਇਆ ਤੇ ਘੋੜੇ ਦੀ ਰਕਾਬ ਦੇ ਵਿੱਚ ਪੈਰ ਰੱਖਦਿਆਂ ਉਹਨਾਂ ਨੂੰ ਗਿਆਨ ਕਰਾ ਦਿੱਤਾ। ਅਸੀਂ ਸਾਖੀਆਂ ਦੇ ਵਿੱਚ ਅਕਸਰ ਗੁਰੂ ਸਾਹਿਬਾਂ ਦੇ ਜੀਵਨੀਆਂ ਦੇ ਵਿੱਚ ਸੁਣਦੇ ਹਾਂ ਕਿ ਉਹਨਾਂ ਨੂੰ ਕੋਈ ਜਗਿਆਸੂ ਮਿਲੇ, ਬਸ ਉਹਨਾਂ ਨੇ 2 ਪੰਕਤੀਆਂ ਦੇ ਵਿੱਚ ਹੀ ਉਹਨਾਂ ਨੂੰ ਸਾਰਾ ਗਿਆਨ ਕਰਵਾ ਦਿੱਤਾ। ਸੋ ਐਸੇ ਜਿਹੜੇ ਸੂਤਰ ਹਨ, ਅਕਸਰ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੂਤਰ ਹਨ ਉਹ ਇਸ ਤਰ੍ਹਾਂ ਦੇ ਹਨ, ਜਿਹੜੇ ਕਿ ਬਹੁਤ ਲੰਬੀ ਛਲਾਂਗ ਮਾਰਨ ਵਾਲੇ ਹਨ, ਜਿਨ੍ਹਾਂ ਦੇ ਨਾਲ ਆਪਾਂ ਇੱਕ ਕਦਮ ਚੱਲਦਿਆਂ ਹੀ ਉਹਨਾਂ ਦੇ ਉੱਤੇ, ਮੰਜ਼ਿਲ ਦੇ ਉੱਤੇ ਪਹੁੰਚ ਸਕਦੇ ਹਾਂ। ਹਰ ਇੱਕ ਦੀ ਆਪਣੀ ਆਪਣੀ ਪਹੁੰਚ ਦੇ ਮੁਤਾਬਕ। ਹੁਣ ਮੈਂ ਉਸ ਨਾਮ ਦੀ ਗੱਲ ਕਰ ਰਿਹਾ ਹਾਂ ਜਿਹੜਾ ਕਿ ਸਾਡੀ ਮੰਜ਼ਿਲ ਹੈ, ਉਹ ਰਸਤਾ ਨਹੀਂ ਹੈ। ਜਿਹੜੇ ਨਾਮ ਨੂੰ ਅਸੀਂ ਲੈ ਕੇ ਚੱਲਦੇ ਹਾਂ, ਇਹ ਰਸਤਾ ਹੈ। ਉਸ ਨਾਮ ਨੂੰ ਜਿਹੜਾ ਗੁਰੂ ਮਹਾਰਾਜ ਨੇ, ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਸਤਨਾਮ ਜਪਣ ਵਾਲਾ ਨਾਮ ਨਹੀਂ ਹੈ, ਸਥਿਰ ਨਾਮ ਹੈ, ਜਿਸ ਨੂੰ ਕਿ ਅਨੁਭਵ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਸੋ ਇਸ ਵਾਸਤੇ ਗੁਰੂ ਸਾਹਿਬਾਂ ਨੇ ਉਹਨਾਂ ਸੂਤਰਾਂ ਦੇ ਉੱਤੇ ਬਹੁਤ ਜ਼ਿਆਦਾ ਸੰਖੇਪ ਦੇ ਵਿੱਚ ਕਈ ਵਾਰ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਦੁਹਰਾਇਆ। ਜਿਹੜਾ ਉਹ ਨਿਰਾਕਾਰ ਨਾਮ ਹੈ, ਉਹਨੂੰ ਪਾਤਸ਼ਾਹ ਜੀ ਨੇ ਬ੍ਰਹਿਮੰਡ ਦੀ ਤਰ੍ਹਾਂ ਵਰਣਨ ਕੀਤਾ। ਜਿਵੇਂ ਆਕਾਸ਼, ਖੁੱਲ੍ਹਾ ਆਕਾਸ਼ ਹੁੰਦਾ, ਉਸ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਆਕਾਰ ਨਹੀਂ ਹੁੰਦਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਬ੍ਰਹਿਮੰਡ ਬਾਹਰ ਆਪਾਂ ਦੇਖਦੇ ਹਾਂ, ਖਾਲੀਪਨ ਜਿਹਨੂੰ ਕਿਹਾ ਜਾਂਦਾ ਹੈ, ਉਹ ਹੀ ਸਾਡੇ ਸਰੀਰ ਦੇ ਵਿੱਚ ਸਭ ਜਗ੍ਹਾ, ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ। ਜੋ ਖੋਜੈ ਸੋ ਪਾਵੈ, ਜਿਹੜਾ ਉਹਨੂੰ ਅੰਦਰੋਂ ਖੋਜਦਾ ਹੈ, ਉਹਨੂੰ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ, ਉਹ ਅਵਸਥਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਮੰਤਰ ਦਾ ਜਾਪ ਕਰਦੇ ਕਰਦੇ ਅਸੀਂ ਅਖੀਰ ਮੰਜ਼ਿਲ ਦੇ ਵਿੱਚ ਅਫੁਰ ਅਵਸਥਾ, ਨਿਰਵਿਚਾਰ ਅਵਸਥਾ ਦੇ ਉੱਤੇ ਪਹੁੰਚਣਾ ਹੈ।
ਪਰ ਇਸ ਵਿਧੀ ਦੇ ਦੁਆਰਾ ਅਸੀਂ ਸਿੱਧਾ ਹੀ ਉੱਥੇ ਪਹੁੰਚਣਾ, ਕਿਸੇ ਦੇ ਸਹਾਰੇ ਲਾਏ ਬਿਨਾਂ। ਸੋ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਕਿਹਾ, ਗੁਰਾਂ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਤਿਗੁਰਾਂ ਨੇ ਸਾਨੂੰ ਇੱਕ ਢੰਗ ਸੂਤਰ ਬੁਝਾ ਦਿੱਤਾ, ਅਨੁਭਵ ਕਰਾ ਦਿੱਤਾ। ਉਹ ਸੂਤਰ ਕੀ ਸੀਗਾ ਕਿ ਸਾਰਿਆਂ ਜੀਵਾਂ ਦਾ ਜਿਹੜਾ ਇੱਕ ਦਾਤਾ ਨਿਰਾਕਾਰ ਪਰਮਾਤਮਾ, ਜਿਹੜਾ ਸਾਰਿਆਂ ਦੇ ਵਿੱਚ ਹੈਗਾ, ਸਾਰਿਆਂ ਨੂੰ ਰੋਜੀ ਰੋਟੀ ਦਿੰਦਾ, ਪਾਲਦਾ ਹੈਗਾ, ਉਹ ਮੇਰੇ ਅੰਦਰ ਜਿਹੜੀ ਆਤਮਾ, ਉਹ ਵੀ ਉਹਦਾ ਹੀ ਸਰੂਪ ਹੈਗਾ। ਸੋ ਮੈਂ, ਉਹ ਭਾਵ ਅੰਦਰੋਂ ਬੋਲਣ ਵਾਲੀ ਜਿਹੜੀ ਮੈਂ ਹੈ, ਇਹ ਹਉਮੈ ਵਾਲੀ ਮੈਂ ਨਹੀਂ ਹੈ। ਅੰਦਰੋਂ ਜਿਹੜੀ ਬੋਲਦੀ, ਜਿਹੜੀ ਸਰੀਰ ਨੂੰ ਜਾਂ ਸਾਰੇ ਸੰਸਾਰ ਨੂੰ ਦਿਸ਼ਾ ਨਿਰਦੇਸ਼ ਕਰਦੀ ਹੈ, ਜਿਹੜੀ ਅੰਦਰੋਂ ਕਹਿ ਰਹੀ ਹੈ, ਮੇਰਾ ਹੱਥ, ਮੇਰੇ ਪੈਰ, ਮੇਰਾ ਨੱਕ, ਮੇਰੀਆਂ ਅੱਖਾਂ। ਅਕਸਰ ਆਪਾਂ ਇਹੀ ਭਾਸ਼ਾ ਬੋਲਦੇ ਹਾਂ। ਇਸ ਵਾਸਤੇ ਉਹ ਜਿਹੜੀ ਮੈਂ ਹੈਗੀ ਆ, ਆਤਮਾ ਹੈਗੀ ਆ, ਉਹ ਮੇਰਾ ਕਹਿ ਰਹੀ ਆ। ਆਪਣੀ ਬੋਡੀ ਨੂੰ ਵੀ ਦੇਖੋ, ਉਹਦੇ ਨਾਲ ਉਹ ਮਿਲਦੀ ਨਹੀਂ ਹੈਗੀ। ਇੱਥੋਂ ਤੱਕ ਮਨ ਵੀ ਉਹ ਆਪਣਾ ਨਹੀਂ ਸਮਝਦੀ। ਅਕਸਰ ਆਪਾਂ ਹੈ ਨਾ ਕਹਿੰਦੇ ਆ ਵੀ ਮੇਰਾ ਮਨ ਅੱਜ ਟਿਕਦਾ ਨਹੀਂ ਆ। ਦੇਖੋ ਕਿੱਡੀ ਕਮਾਲ ਦੀ ਗੱਲ ਹੈ ਕਿ ਉਹ ਮਨ ਦੇ ਨਾਲ ਵੀ ਮਿਲਦੀ ਨਹੀਂ ਹੈ, ਜੁੜਦੀ ਨਹੀਂ ਹੈ। ਆਪਣੇ ਆਪ ਨੂੰ, ਮਨ ਨੂੰ ਵੀ ਅਲੱਗ ਰੱਖ ਰਹੀ ਉਹ ਆਤਮਾ ਦੀ ਅੰਦਰੋਂ ਆਵਾਜ਼। ਮੇਰਾ ਮੂਡ ਅੱਜ ਠੀਕ ਨਹੀਂ ਹੈ, ਮੇਰਾ ਕਹੋਗੀ। ਮੇਰਾ ਜਿਹੜਾ ਮੈਂ ਨਹੀਂ ਹੁੰਦਾ, ਮਤਲਬ ਇਹ ਆ ਬੋਡੀ ਨੂੰ ਵੀ ਉਹ ਮੇਰਾ ਕਹਿ ਰਹੀ ਹੈਗੀ ਅੰਦਰੋਂ ਆਤਮਾ ਜਿਹੜੀ ਹੈਗੀ। ਅਸੀਂ ਉਸ ਜੋ ਮੈਂ ਹੈਗੀ, ਆਤਮਾ ਹੈਗੀ ਆ, ਅਸੀਂ ਉਸ ਨੂੰ ਜਾਣਨਾ। ਸੋ ਇਸ ਵਾਸਤੇ, ਉਸ ਦੇ ਵਾਸਤੇ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਉਹ ਜਿਹੜੀ ਮੈਂ, ਜਿਹੜੀ ਆਤਮਾ ਅੰਦਰੋਂ ਬੋਲ ਰਹੀ ਹੈਗੀ ਆ, ਉਸ ਨੂੰ ਅਸੀਂ ਭੁੱਲਣਾ ਨਹੀਂ ਗਾ, ਉਹਨੂੰ ਬਾਰ-ਬਾਰ ਅੰਦਰੋਂ ਚੇਤੇ ਰੱਖਣਾ ਹੈ। ਉਹ ਆਤਮਾ ਕਿਸ ਤਰ੍ਹਾਂ ਦੀ ਹੈ? ਹੁਣ ਆਪਾਂ ਇੱਕ ਗਣਿਤ ਦੇ ਸਵਾਲ ਵਾਂਗ, ਜਿੱਦਾਂ ਆਪਾਂ ਮੰਨ ਲਓ ਫਾਰ ਐਗਜ਼ੈਂਪਲ, ਇਸ ਤਰ੍ਹਾਂ ਅਸੀਂ ਸਵਾਲ ਨੂੰ ਕੱਢਣ ਵਾਸਤੇ ਵਰਤਦੇ ਹਾਂ। ਅਸੀਂ ਉਹ ਮੰਨ ਲਓ ਦੇ ਨਾਲ, ਉਹ ਮੰਨੀ ਹੋਈ ਚੀਜ਼ ਐਕਚੁਅਲ ਨਹੀਂ ਹੁੰਦੀ, ਪਰ ਉਹਦੇ ਨਾਲ ਅਸੀਂ ਪੂਰਾ ਅਸੀਂ ਉੱਤਰ ਪ੍ਰਾਪਤ ਕਰ ਲੈਂਦੇ ਹਾਂ। ਅਤੇ ਮੰਨ ਲਓ ਉਹਨੂੰ ਕੱਢ ਕੇ ਅਲੱਗ ਬਾਹਰ ਨਹੀਂ ਰੱਖਣਾ ਪੈਂਦਾ, ਉਹ ਆਪਣੇ ਆਪ ਹੀ ਵਿੱਚੇ ਡਿਜ਼ੋਲਵ ਹੋ ਜਾਂਦਾ, ਵਿੱਚੇ ਮਿਕਸ ਹੋ ਜਾਂਦਾ। ਇਸੇ ਤਰ੍ਹਾਂ ਇਹ ਜਿਹੜੇ ਸ਼ਾਰਪ ਸੂਤਰ ਹੈਗੇ ਆ, ਸਿੱਧੀ ਛਲਾਂਗ ਵਾਲੇ, ਇਹਨਾਂ ਨੂੰ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇਸ ਤਰ੍ਹਾਂ ਵੀ ਆਪਾਂ ਪਰਮਾਤਮਾ ਦਾ ਅਨੁਭਵ ਕਰ ਸਕਦੇ ਹਾਂ। ਹੁਣ ਮੈਂ ਥੋੜ੍ਹਾ ਜਿਹਾ ਉਹਦੀ ਡਿਟੇਲ ਦੇ ਕੇ ਫਿਰ ਆਪਾਂ ਉਹਨੂੰ ਅਨੁਭਵ ਕਰਾਂਗੇ। ਥੋੜ੍ਹੀ ਦੇਰ ਵਾਸਤੇ ਇਸ ਸੂਤਰ ਨੂੰ ਆਪ ਜੀ ਬਾਰ-ਬਾਰ ਹੈ ਨਾ ਮਨ ਦੇ ਵਿੱਚ ਜਿੱਦਾਂ ਆਪਾਂ ਖਿਆਲ ਕਰਕੇ ਉਹਨੂੰ ਅੰਦਰੋਂ ਅਨੁਭਵ ਕਰਨਾ। ਕੋਈ ਵੀ ਇਸ ਸੂਤਰ ਵਾਸਤੇ ਨਾਮ ਜਪਣ ਦਾ ਜਿਵੇਂ ਕੋਸ਼ਿਸ਼ ਨਾ ਕਰਨਾ, ਥੋੜ੍ਹੀ ਦੇਰ ਵਾਸਤੇ ਮਾਲਾ, ਬਾਅਦ 'ਚ ਆਪਾਂ ਸਿਮਰਨ ਜਦੋਂ ਕਰਾਂਗੇ, ਆਪਣਾ ਨਿਤਨੇਮ ਦਾ ਟਾਈਮ ਹੋਵੇਗਾ, ਉਸ ਵੇਲੇ ਨਾਮ ਜਪ ਲੈਣਾ ਹੈ ਜੀ। ਇਹਨੂੰ ਸਿੱਧਾ ਹੋ ਸਕਦਾ ਕਿਸੇ ਦੀ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਜੇਕਰ ਇਸ ਸੂਤਰ ਨੂੰ ਸਿੱਧੀ ਛਲਾਂਗ ਮਾਰ ਕੇ ਨਿਕਲ ਜਾਵਾਂਗੇ ਤਾਂ ਆਪਣਾ ਬਹੁਤ ਜਲਦੀ ਜਿਹੜਾ ਪੈਂਡਾ ਹੈਗਾ ਉਹ ਤੈਅ ਹੋ ਸਕਦਾ ਹੈ। ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਐਂ ਫੀਲ ਕਰਨਾ, ਕਿਉਂਕਿ ਸਾਰਾ ਬ੍ਰਹਿਮੰਡ ਜਿਹੜਾ ਇੱਕ ਸੁੰਨ ਵਾਂਗ ਆ, ਵਿਚਾਰ ਰਹਿਤ ਅਸੀਂ ਅਵਸਥਾ ਨੂੰ, ਅਪੂਰਾ ਅਵਸਥਾ ਨੂੰ ਪ੍ਰਾਪਤ ਕਰਨਾ। ਅੰਤਰ ਸੁੰਨੰ ਬਾਹਰ ਸੁੰਨੰ, ਧਿਰ ਭਵਨ ਸੁੰਨਮ ਸੁੰਨੰ, ਚੌਥਾ ਸੁੰਨੈ ਜੋ ਨਰ ਜਾਣੈ, ਤਾਂ ਕੋ ਪਾਪ ਨਾ ਪੁੰਨੰ। ਬੋਡੀ ਦਾ ਇੱਕ ਕਵਰ ਹੈ, ਸਰੀਰ ਦਾ ਇੱਕ ਪਰਦਾ ਹੈ, ਉਸ ਦੇ ਅੰਦਰ ਵੀ ਸਾਰੇ ਉਹ ਸੁੰਨ ਜਿਹੜੀ ਹੈਗੀ ਆ, ਫੈਲੀ ਹੋਈ ਆ ਆਕਾਸ਼ ਵਾਂਗ, ਉਹਨੂੰ ਕਿਹਾ ਜਾਂਦਾ ਅੰਤਰ ਸੁੰਨੰ, ਪਹਿਲੇ ਨੰਬਰ ਦੇ ਉੱਤੇ।
ਦੂਸਰੇ ਨੰਬਰ 'ਤੇ ਉਹ ਹੀ ਸੁੰਨ ਸਾਡੇ ਸਰੀਰ ਦੇ ਬਾਹਰ ਹੈਗੀ ਆ, ਫੈਲੀ ਹੋਈ ਅਸਮਾਨ ਦੇ ਰੂਪ ਵਿੱਚ। ਤੀਸਰੇ ਨੰਬਰ ਦੇ ਉੱਤੇ ਤ੍ਰਿਭਵਨ ਸੁੰਨਮ ਸੁੰਨੰ, ਤਿੰਨਾਂ ਭਵਨਾਂ ਦੇ, ਧਰਤੀ ਦੇ ਰੋਮ ਰੋਮ ਦੇ ਵਿੱਚ, ਪਤਾਲ ਦੇ ਵਿੱਚ, ਆਕਾਸ਼ ਦੇ ਵਿੱਚ, ਉਹ ਸਾਰਾ ਸੁੰਨ ਜਿਹੜੀ ਹੈਗੀ ਆ, ਨਿਰਾਕਾਰ ਪਰਮਾਤਮਾ ਜਿਹੜਾ ਉਹ ਵਿਆਪਕ ਹੈਗਾ। ਚੌਥਾ ਹੈ ਸੁੰਨ ਜੋ ਨਜ਼ਾਰੇ। ਚੌਥੇ ਭਾਵ ਸੁੰਨ ਤੇ ਇੱਕ ਹੀ ਤਰ੍ਹਾਂ ਦੀ ਆ, ਇਹਦੇ ਪ੍ਰੈਕਟੀਕਲੀ ਅਰਥ ਜਿਹੜੇ ਹੈਗੇ ਚੌਥੇ ਨੰਬਰ 'ਤੇ ਜਿਹੜਾ ਕੋਈ ਵਿਅਕਤੀ, ਜਿਹੜਾ ਕੋਈ ਗੁਰਮੁਖ ਇਹ ਸਾਰੀ ਸੁੰਨ ਨੂੰ ਇੱਕ ਹੀ ਜੁੜੀ ਹੋਈ ਆਪਸ ਵਿੱਚ ਜਿਹੜਾ ਜਾਣ ਲੈਂਦਾ ਹੈ, ਤਾਂ ਕੋ ਪਾਪ ਨਾ ਪੁੰਨੰ, ਉਹਨੂੰ ਕੋਈ ਵੀ ਪਾਪ ਪੁੰਨ ਨਹੀਂ ਲੱਗਦਾ, ਕਿਉਂਕਿ ਉਹ ਮਨ ਦੇ ਘੇਰੇ ਤੋਂ ਉੱਪਰ ਨਿਕਲ ਜਾਂਦਾ ਹੈ। ਹੁਣ ਆਪਾਂ ਉਹਨੂੰ ਇੱਕ ਇਮੈਜੀਨੇਸ਼ਨ ਦਾ ਸੂਤਰ ਹੈ, ਉਸ ਦੇ ਹਿਸਾਬ ਨਾਲ ਜਪਜੀ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹ ਸੂਤਰ ਬਹੁਤ ਵਾਰ, ਹਜ਼ਾਰਾਂ ਵਾਰ ਵਰਣਨ ਕੀਤਾ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਬੋਡੀ ਦੇ ਹਿਸਾਬ ਨਾਲ ਆਪਾਂ ਸਮਝਦੇ ਹਾਂ ਵੱਡਾ ਛੋਟਾ। ਪਰਮਾਤਮਾ ਦਾ ਆਕਾਰ, ਉਹ ਨਿਰਾਕਾਰ ਪਰਮਾਤਮਾ ਕਿੰਨਾ ਕੁ ਵੱਡਾ, ਇੱਕ ਆਈਡੀਆ ਆਪਾਂ ਲਾਉਂਦੇ ਹਾਂ ਵੀ ਇੰਨਾ ਕੁ ਵੱਡਾ ਹੈਗਾ। ਹਾਂਜੀ ਹਾਂ। ਉੱਚਾ ਥਾਓ, ਗੁਰੂ ਪਾਤਸ਼ਾਹ ਜੀ ਨੇ ਜਿਵੇਂ ਕਿਸੇ ਫੋਟੋ ਨੂੰ ਅਸੀਂ ਜ਼ੂਮ ਕਰਦੇ ਜਾਂਦੇ, ਉਹਦੇ ਪਿਕਸਲ ਫਟਦੇ ਜਾਂਦੇ, ਉਹਦੀ ਬਾਉਂਡਰੀ ਹੋਰ ਵੱਡੀ ਕਰਦੇ ਜਾਂਦੇ, ਫਿਰ ਉਹਦੇ ਪਿਕਸਲ ਫਟਦੇ ਜਾਂਦੇ। ਇੱਕ ਟਾਈਮ ਇਸ ਤਰ੍ਹਾਂ ਦਾ ਆ ਜਾਂਦਾ, ਇੱਕ ਸਮਾਂ ਇਸ ਤਰ੍ਹਾਂ ਦਾ ਆਉਂਦਾ ਹੈ ਕਿ ਉਹ ਇਸ ਤਰ੍ਹਾਂ ਪਿਕਸਲ ਉਹਨੂੰ ਵਾਈਡ ਕਰਦੇ ਹੋਏ, ਵੱਡੀ ਕਰਦੇ ਕਰਦੇ ਪਿਕਸਲ ਬਿਲਕੁਲ ਖਤਮ ਹੋ ਜਾਂਦੇ, ਫੋਟੋ ਇੱਕਦਮ ਬਲੈਂਕ ਹੋ ਜਾਂਦੀ ਆ, ਸਾਹ ਪੜਦਾ, ਸਕਰੀਨ ਸਾਫ਼ ਹੋ ਜਾਂਦਾ। ਉਸ ਵਿਧੀ ਦੇ ਹਿਸਾਬ ਨਾਲ ਇਹ ਗੁਰੂ ਪਾਤਸ਼ਾਹ ਜੀ ਨੇ ਸੂਤਰ ਵਰਣਨ ਕੀਤਾ। ਜਿਹੜਾ ਪਰਮਾਤਮਾ ਵੱਡਾ ਕਿਹਾ ਗਿਆ, ਉਹਦੀ ਸੀਮਾ ਨੂੰ ਤੋੜ ਕੇ ਉੱਚਾ ਥਾਓ, ਥਾਂ ਜਿਹੜਾ ਉਸ ਤੋਂ ਵੀ ਉੱਚਾ ਹੈ, ਫਿਰ ਸੀਮਾ ਨੂੰ ਤੋੜਿਆ, ਉਹਦੀ ਹੱਦ ਨੂੰ ਤੋੜਿਆ ਮਨ ਦੇ ਰਾਹੀਂ। ਉੱਚੇ ਉੱਪਰ ਉੱਚਾ ਨਾਓ, ਉਹ ਉੱਚਾ ਥਾਂ ਜਿਹੜਾ ਨਾਮ ਕਹਿੰਦੇ ਉਸ ਤੋਂ ਵੀ ਹੋਰ ਅੱਗੇ ਉੱਚਾ ਹੈਗਾ। ਇਸ ਤਰ੍ਹਾਂ ਉਹਨੂੰ ਬਹੁਤ ਜਦੋਂ ਆਪਾਂ ਕਲਪਨਾ ਕਰਦੇ ਹੈਗੇ ਹਾਂ ਤੇ ਆਪਣੇ ਮਨ ਦਾ ਘੇਰਾ ਵੀ ਜਿਹੜਾ ਟੁੱਟਣਾ ਸ਼ੁਰੂ ਹੋ ਜਾਂਦਾ। ਮਨ ਇੱਕ ਸੀਮਤ ਘੇਰੇ ਵਿੱਚ ਵਿਚਾਰ ਪੈਦਾ ਕਰਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਜਿਵੇਂ ਫੋਟੋ ਦੀ ਤਰ੍ਹਾਂ ਅਸੀਂ ਮਨ ਨੂੰ ਜ਼ੂਮ ਕਰ ਦਾਂਗੇ, ਮਨ ਨੂੰ ਬਹੁਤ ਜ਼ਿਆਦਾ ਵੱਡਾ ਘੇਰੇ ਦੇ ਵਿੱਚ, ਹਾਂਜੀ ਇਹਦੇ ਘੇਰੇ ਸਾਰੇ ਤੋੜ ਦੇਵਾਂਗੇ, ਤਾਂ ਮਨ ਦੇ ਵਿਚਾਰ ਇੱਕਦਮ ਇੱਕ ਸਕਿੰਟ ਦੇ ਵਿੱਚ ਕੁਛ ਸਮੇਂ ਵਾਸਤੇ ਖਤਮ ਹੋ ਜਾਣਗੇ। ਸੋ ਇਸੇ ਤਰ੍ਹਾਂ ਇਸੇ ਭਾਸ਼ਾ ਨੂੰ ਮੈਂ ਹੁਣ ਸਾਇੰਸ ਦੀ ਭਾਸ਼ਾ ਵਿੱਚ ਥੋੜ੍ਹਾ ਜਿਹਾ ਆਪਣਾ ਤਰਜਮਾ ਕਰਕੇ ਦੱਸਦਾ ਕਿ ਮੰਨ ਲਓ ਕਿ ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਕ ਟਾਈਮ ਪਰਲੋ ਹੋ ਜਾਣੀ ਆ, ਉਹ ਪਤਾ ਨਹੀਂ ਕਦੋਂ ਹੋਵੇ ਨਾ ਹੋਵੇ। ਮਨ ਦੇ ਦੁਆਰਾ ਅਸੀਂ ਐਂ ਸਮਝਣਾ ਕਿ ਸਾਰੇ ਪਰਲੋ ਹੋ ਗਈ, ਕੁਛ ਵੀ ਨਹੀਂ ਰਿਹਾ, ਧਰਤੀ ਵੀ ਨਹੀਂ ਰਹੀ, ਸਰੀਰ ਵੀ ਨਹੀਂ ਰਿਹਾ, ਨਾ ਸੂਰਜ ਚੰਦਰਮਾ ਤਾਰੇ, ਕੋਈ ਵੀ ਚੀਜ਼ ਸਾਡੇ ਵਿੱਚ ਨਹੀਂ ਰਹੀ। ਬਾਕੀ ਕੀ ਰਿਹਾ? ਬਾਕੀ ਸਿਰਫ ਆਕਾਸ਼ ਖੁੱਲ੍ਹਾ, ਹੋਰ ਕੋਈ ਚੀਜ਼ ਨਹੀਂ ਬਚੀ। ਅਸੀਂ ਵੀ ਉਹਦੇ ਵਿੱਚ ਮਿਲ ਕੇ ਆਕਾਸ਼ ਹੀ ਹੋ ਗਏ, ਭਾਵ ਜਿਵੇਂ ਸਾਡੇ ਮੂੰਹ ਦੇ ਵਿੱਚੋਂ ਹਵਾ ਨਿਕਲ ਕੇ ਬਿਲਕੁਲ ਉਹਦੇ ਵਿੱਚ ਮਿਲ ਜਾਂਦੀ, ਉਹਦੀ ਕੋਈ ਹੋਂਦ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਅਸੀਂ ਬਾਰ-ਬਾਰ ਅਸੀਂ ਆਪਣੇ ਮਨ ਨੂੰ ਇਹ ਵੱਡਾ ਉੱਚਾ ਹੋਵੇ ਕੋਈ, ਅਸੀਂ ਬਹੁਤ ਵੱਡਾ ਜਿਵੇਂ ਯੂਨੀਵਰਸ ਹੈ, ਆਪਣੇ ਆਪ ਨੂੰ ਸਮਝਣਾ ਏਡੇ ਵੱਡੇ ਅਸੀਂ ਵੀ ਆਕਾਸ਼ ਹੋ ਗਏ। ਇਸ ਤਰ੍ਹਾਂ ਬਾਰ-ਬਾਰ ਅਸੀਂ ਇਸ ਸੂਤਰ ਨੂੰ ਮਹਿਸੂਸ ਕਰਨਾ। ਮਨ 'ਚ ਵਿਚਾਰ ਆਉਣਗੇ, ਮਨ 'ਚ ਅਸੀਂ ਮੰਨਣਾ ਹੀ ਨਹੀਂ, ਅਸੀਂ ਇਹ ਸਮਝਣਾ ਨਹੀਂ ਕੁਛ ਵੀ ਨਹੀਂ ਰਿਹਾ ਹੈਗਾ, ਪਰਲੇ ਆ ਗਈ, ਭਾਵ ਸਭ ਕੁਛ ਫਿਨਿਸ਼ ਹੋ ਗਿਆ। ਇਹ ਉਹਦਾ ਹੀ, ਉਹਨਾਂ ਪੰਕਤੀਆਂ ਦੀ ਹੀ ਉਲੱਥਾ ਹੁਣ ਦੀ ਭਾਸ਼ਾ ਵਿੱਚ ਮੈਂ ਆਪ ਜੀ ਨੂੰ, ਸਾਰੀ ਸਾਧ ਸੰਗਤ ਨੂੰ ਦੱਸ ਰਿਹਾ ਹਾਂ। ਐਂ ਬਾਰ-ਬਾਰ ਜਿਸ ਵੇਲੇ ਅਸੀਂ ਫੀਲ ਕਰਾਂਗੇ, 2-4 ਸਕਿੰਟ ਵਾਸਤੇ ਮਨ ਫਿਰ ਹੈ ਨਾ, ਜਿਵੇਂ ਸਕਰੀਨ ਦੇ ਪਰਦੇ 'ਤੇ ਬਿਲਕੁਲ ਹਾਂਜੀ ਪਿਕਚਰ ਖਤਮ ਹੋ ਜਾਂਦੀ ਹੈ, ਇਸ ਤਰ੍ਹਾਂ ਮਨ ਸ਼ੂਨਿਆਂ ਦੇ ਵਿੱਚ, ਹਾਂਜੀ ਨਿਰਵਿਚਾਰ ਅਵਸਥਾ ਦੇ ਵਿੱਚ 2-4 ਸਕਿੰਟ ਵਾਸਤੇ ਠਹਿਰਦਾ। ਫਿਰ ਬਾਰ-ਬਾਰ ਟਰਾਈ ਕਰਨਾ, ਬਾਰ-ਬਾਰ ਕੋਸ਼ਿਸ਼ ਕਰਨਾ, ਮਨ ਨੂੰ ਮੰਨਣਾ ਨਹੀਂ ਵੀ ਇੱਥੇ ਕੁਛ ਹੈ। ਸਭ
ਆਪਣੇ ਉਹਨੂੰ ਖਤਮ ਕਰਕੇ ਸਮਝਣਾ ਵੀ ਸਿਰਫ ਆਪਣੀ ਕੱਲੀ ਜਿਹੜੀ ਆਤਮਾ ਆਕਾਸ਼ ਦਾ ਹੀ ਰੂਪ ਹੋ ਗਈ, ਆਕਾਸ਼ ਹੀ ਅਸੀਂ ਬਣ ਗਏ। ਬਹੁਤ ਵੱਡਾ ਆਕਾਸ਼, ਛੋਟਾ ਜਿਹਾ ਆਕਾਸ਼ ਨਹੀਂ, ਬਹੁਤ ਵੱਡਾ। ਹਾਂਜੀ, ਇਸ ਤਰ੍ਹਾਂ ਬਾਰ-ਬਾਰ ਆਪਾਂ ਕੋਸ਼ਿਸ਼ ਕਰੀਏ। ਫਿਰ ਮੈਂ ਆਪ ਜੀ ਨੂੰ 7-8 ਮਿੰਟ ਤੱਕ ਫਿਰ ਦੁਬਾਰਾ ਇਹਦੇ ਬਾਰੇ ਰਿਕਮੈਂਡ ਕਰੂੰਗਾ। ਜਦ ਤੱਕ ਅੱਖਾਂ ਬੰਦ ਕਰਕੇ ਸਾਰੇ ਇਹਨੂੰ ਇਸ ਤਰ੍ਹਾਂ ਮਹਿਸੂਸ ਕਰੀਏ ਕਿ ਕੁਛ ਵੀ ਨਹੀਂ ਰਿਹਾ, ਨਾ ਧਰਤੀ ਨਾ ਸਰੀਰ, ਸਿਰਫ ਆਕਾਸ਼ ਹੀ ਅਸੀਂ ਹੋ ਗਏ ਜਾਂ ਹਵਾ ਹੋ ਗਏ। ਬਹੁਤ ਵੱਡਾ ਆਕਾਰ ਸਾਡਾ ਆਕਾਸ਼ ਵਾਂਗੂ ਹੋ ਗਿਆ ਹੈ। ਇਸ ਤਰ੍ਹਾਂ ਫੀਲ ਮਹਿਸੂਸ ਕਰੀਏ। 5-7 ਮਿੰਟ ਵਾਸਤੇ ਇਸ ਤਰ੍ਹਾਂ ਸਾਰੇ।
ਸਾਧ ਸੰਗਤ ਬਾਰ-ਬਾਰ ਇਸ ਤਰ੍ਹਾਂ ਇਸ ਨੂੰ ਜਿਵੇਂ ਜਿਵੇਂ ਹੈ ਨਾ, ਭਾਵੇਂ 2 ਸਕਿੰਟ ਵਾਸਤੇ ਮਨ ਖੜਾ ਹੁੰਦਾ, ਫਿਰ ਅਸੀਂ ਬਾਰ-ਬਾਰ ਉਹਨੂੰ ਕੋਸ਼ਿਸ਼ ਕਰਨੀ। ਸਰੀਰ ਵਿੱਚ ਨਹੀਂ ਆਉਣ ਦੇਣਾ ਮਨ ਨੂੰ, ਨਾ ਆਸੇ-ਪਾਸੇ ਕਲਪਨਾ ਰਾਹੀਂ। ਇਹਨੂੰ ਪਤੰਜਲ ਯੋਗ ਦੇ ਵਿੱਚ ਧਾਰਨਾ ਕਿਹਾ ਗਿਆ। ਧਾਰਨਾ ਮਤਲਬ ਮਨ ਦੀ ਇੱਕ ਖਿਆਲ ਰਾਹੀਂ ਅਸੀਂ ਉੱਪਰ ਇੱਕਦਮ ਛਲਾਂਗ ਮਾਰਨੀ। ਹੌਲੀ ਹੌਲੀ ਜਿਵੇਂ ਜਿਵੇਂ, ਵੈਸੇ ਇਹ ਇੰਨੀ ਜਲਦੀ ਦਾ ਤਰੀਕਾ ਨਹੀਂ ਹੈ, ਇਹਦੇ ਵਾਸਤੇ ਕਮ ਸੇ ਕਮ ਹਾਂਜੀ 1-1.5 ਘੰਟਾ ਇਸ ਤਰ੍ਹਾਂ ਹੋਵੇ, ਅਤੇ ਫਿਰ ਉਹਨੂੰ ਥੋੜ੍ਹਾ ਥੋੜ੍ਹਾ ਆਪਾਂ ਅਨੁਭਵ ਕਰ ਸਕਦੇ ਹਾਂ। ਨਾਮ ਜਪ ਕੇ ਵੀ ਉਹਦਾ ਆਖਰੀ ਜੋ ਪੜਾਅ ਹੈ, ਇਸੇ ਅਵਸਥਾ ਦਾ ਹੀ ਅਸੀਂ ਅਨੁਭਵ ਕਰਨਾ, ਇਸੇ ਅਵਸਥਾ 'ਤੇ ਪਹੁੰਚਣਾ। ਅਗਰ ਇੰਟਲੈਕਚੁਅਲ ਮਾਈਂਡ, ਕਹਿਣ ਦਾ ਭਾਵ ਪੇਸ਼ ਬੁੱਧੀ ਸੂਖਮ ਹੋਵੇ, ਤਾਂ ਫਿਰ ਇਸ ਰਸਤੇ ਦੇ ਉੱਤੇ ਉਹ ਗੁਰਮੁਖ ਪਿਆਰੇ ਸਿੱਧੀ ਛਲਾਂਗ ਬੜੀ ਆਸਾਨੀ ਨਾਲ ਮਾਰ ਸਕਦੇ ਹਨ। ਇਹ ਜੋ ਸੂਤਰ ਗੁਰੂ ਸਾਹਿਬਾਂ ਨੇ ਇੱਥੋਂ ਤੱਕ ਕਿ ਜਪਜੀ ਸਾਹਿਬ ਦੇ ਵਿੱਚ 1-2 ਵਾਰ ਤੋਂ ਬਿਨਾਂ ਉਹਨੂੰ ਕਮ ਸੇ ਕਮ ਵੀ ਹਰ ਪੌੜੀ ਦੇ ਵਿੱਚ ਇਸੇ ਸੂਤਰ ਨੂੰ ਹੀ ਬਾਰ-ਬਾਰ ਅਲੱਗ-ਅਲੱਗ ਢੰਗਾਂ ਦੇ ਨਾਲ ਦੁਹਰਾਇਆ ਗਿਆ। ਸੋ ਇਸ ਵਾਸਤੇ ਆਪ ਸਰਬੱਤ ਸਾਧ ਸੰਗਤ ਕੋਸ਼ਿਸ਼ ਕਰਨੀ, ਇਸ ਤਰ੍ਹਾਂ ਫੀਲ ਕਰਨਾ, ਇਸ ਤਰ੍ਹਾਂ ਅਨੁਭਵ ਕਰਨਾ ਕਿ ਜਿਵੇਂ ਸਾਰੀ ਸ੍ਰਿਸ਼ਟੀ ਖਤਮ ਹੋ ਗਈ, ਕੁਛ ਵੀ ਨਹੀਂ ਰਿਹਾ। ਸੂਰਜ, ਚੰਦਰਮਾ, ਤਾਰੇ, ਨਾ ਸਰੀਰ ਰਿਹਾ, ਕੱਲਾ ਬੋਡੀ ਖਤਮ ਹੋ ਕੇ ਆਕਾਸ਼ ਵਿੱਚ, ਹਾਂਜੀ ਜਿਵੇਂ ਆਕਾਸ਼ ਦਾ ਹੀ ਰੂਪ ਹੋ ਗਈ। ਆਕਾਸ਼ ਦੇ ਵਿੱਚ ਬੱਦਲ ਜਾਂ ਨੀਲਾ ਰੰਗ ਦਾ ਭਾਵ ਨਹੀਂ ਹੈ। ਆਕਾਸ਼ ਮਤਲਬ ਖਾਲੀ ਖਾਲੀ, ਜਿਵੇਂ ਆਪਣੇ ਹਾਲ ਦੇ ਵਿੱਚ ਇਹ ਸਾਰਾ ਖਾਲੀ ਏਰੀਆ, ਅਸੀਂ ਖਾਲੀ ਹੋ ਗਏ ਬਸ। ਹਵਾ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਵੇਂ ਹਵਾ ਦਿਸਦੀ ਨਹੀਂ, ਹਵਾ ਸਮਾ ਨਹੀਂ, ਸਾਰੇ ਬ੍ਰਹਿਮੰਡ 'ਚ ਹਵਾ ਵਾਂਗੂ ਹੀ ਅਸੀਂ ਸਾਰਾ ਕੁਛ ਇਸ ਤਰ੍ਹਾਂ ਮਹਿਸੂਸ ਕਰਨਾ। ਬਹੁਤ ਵੱਡਾ ਏਰੀਆ ਆਪਣੇ ਆਪ ਨੂੰ ਕਲਪਨਾ ਦੇ ਵਿੱਚ ਮਹਿਸੂਸ ਕਰਨਾ, ਕਿਉਂਕਿ ਛੋਟੇ ਦਾਇਰੇ ਦੇ ਵਿੱਚ ਮਨ ਫੁਰਨੇ ਉਠਾਉਂਦਾ ਹੈ। ਜਿਵੇਂ ਫੋਟੋ ਦੇ ਜਿਹੜੇ ਪਿਕਸਲ ਹੈਗੇ ਆ, ਜਿਵੇਂ ਉਹਨਾਂ ਦਾ ਘੇਰਾ ਅਸੀਂ ਵੱਡਾ ਕਰਦੇ ਜਾਂਦੇ, ਉਹ ਫਟ ਜਾਂਦੇ ਆ। ਲਾਸਟ ਬਿਲਕੁਲ ਫੋਟੋ ਦੇ ਪਿਕਸਲ ਜਿਹੜੇ ਉਹ ਖਤਮ ਹੋਣ ਕਰਕੇ ਫੋਟੋ ਦਿਖਾਈ ਨਹੀਂ ਦਿੰਦੀ। ਗੁਰੂ ਪਾਤਸ਼ਾਹ ਜੀ ਦਾ ਕਹਿਣ ਤੋਂ ਭਾਵ ਹੈ ਕਿ ਜਿਵੇਂ ਫੋਟੋ ਦਿਖਾਈ ਨਹੀਂ ਦਿੰਦੀ, ਇਸ ਤਰ੍ਹਾਂ ਹੀ ਜਿਸ ਵੇਲੇ ਮਨ ਦੀ ਅਸੀਂ ਬਾਉਂਡਰੀ ਨੂੰ ਬਹੁਤ ਵੱਡਾ ਕਰ ਦਿੰਦੇ ਹਾਂ, ਮਨ ਸੀਮਤ ਬਾਉਂਡਰੀ ਦੇ ਵਿੱਚ ਉਹ ਵਿਚਾਰ ਪੈਦਾ ਕਰਦਾ ਹੈ। ਜਿਸ ਵੇਲੇ ਅਸੀਂ ਉਸ ਘੇਰੇ ਤੋਂ ਬਾਹਰ ਹੋ ਜਾਂਦੇ ਹਾਂ, ਤਾਂ ਇਸ ਤਰ੍ਹਾਂ ਵਿਚਾਰਾਂ ਨੂੰ ਇੱਕਦਮ ਇੱਕ ਛਲਾਂਗ ਦੇ ਵਿੱਚ ਆਪਾਂ ਖਤਮ ਕਰ ਸਕਦੇ ਹਾਂ। ਹੌਲੀ ਹੌਲੀ ਉਹ ਟਾਈਮ ਜਿਹੜਾ ਵੱਧਦਾ ਵੱਧਦਾ ਕੁਛ ਸਕਿੰਟਾਂ ਤੋਂ ਕੁਛ ਮਿੰਟਾਂ ਤੱਕ ਚਲਾ ਜਾਵੇਗਾ, ਫਿਰ ਕੁਛ ਘੰਟਿਆਂ ਤੱਕ। ਹੌਲੀ ਹੌਲੀ ਸਾਡੀ ਪ੍ਰੈਕਟਿਸ ਦੇ ਵਿੱਚ ਉਹੀ ਅਸੀਂ ਬਹੁਤ ਲੰਬਾ ਸਮਾਂ ਨਿਰਵਿਚਾਰ ਇਸ ਅਫੁਰ ਅਵਸਥਾ ਦੇ ਵਿੱਚ ਸਥਿਤ ਹੋ ਸਕਦੇ ਹਨ। ਸਤਿਨਾਮ, ਸਤਿ ਸ੍ਰੀ ਅਕਾਲ।